ਜ਼ਮੀਰ ਟੀਵੀ ਦੇਖਣ ਵਾਲੇ तमाम ਦਰਸ਼ਕਾਂ ਨੂੰ ਕੁਲਵੰਤ ਸਿੰਘ ਅਗੜਪੁਰੀ ਵੱਲੋਂ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਮੈਡੀਕੇਸ਼ਨ ਤੋਂ ਮੈਡੀਟੇਸ਼ਨ ਵੱਲ ਵਿੱਚ ਤੁਹਾਡਾ ਇੱਕ ਵਾਰੀ ਫਿਰ ਸਵਾਗਤ ਹੈ। ਪਿਛਲੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਡਿਪਰੈਸ਼ਨ ਜਿਹੜਾ ਆ ਉਹ ਗਲਤ ਪਾਲਣ ਪੋਸ਼ਣ ਕਰਕੇ ਵੀ ਹੋ ਸਕਦਾ ਹੈ, ਤੇ ਅੱਜ ਗੱਲ ਕਰਾਂਗੇ ਡਰ ਦੀ, ਤੇ ਖਾਸ ਕਰਕੇ ਮੌਤ ਦੇ ਡਰ ਦੀ। ਦੋਸਤੋ, ਡਰ ਕਿਵੇਂ ਪੈਦਾ ਹੁੰਦਾ ਹੈ? ਡਰ ਅਗਿਆਨਤਾ ਕਰਕੇ ਪੈਦਾ ਹੁੰਦਾ ਹੈ ਅਤੇ ਹੰਕਾਰ ਕਰਕੇ ਪੈਦਾ ਹੁੰਦਾ ਹੈ। ਜਦੋਂ ਸਾਡਾ ਹੰਕਾਰ ਟੁੱਟਦਾ ਹੈ ਤਾਂ ਸਾਨੂੰ ਇੱਕ ਜਿਹੜੀ ਸਹਿਮ ਪੈਦਾ ਹੁੰਦਾ, ਡਰ ਪੈਦਾ ਹੁੰਦਾ, ਜਾਂ ਜੋ ਅਸੀਂ ਬਹੁਤ ਜ਼ਿਆਦਾ ਕੁਛ ਆਪਣੇ ਆਪ ਨੂੰ ਅਸੀਂ ਸੋਚਦੇ ਹਾਂ ਕਿ ਕੁਝ ਮਿੱਟੀ ਇਕੱਠੀ ਕਰ ਲਈ, ਅਸੀਂ ਜਿਹਨੂੰ ਪ੍ਰੋਪਰਟੀ ਸਮਝਦੇ ਹਾਂ, ਉਹ ਸਾਡੇ ਹੱਥੋਂ ਨਾ ਖੋ ਜਾਵੇ। ਇਸ ਦੇ ਨਾਲ ਨਾਲ ਹੀ ਜਦੋਂ ਕਿਸੇ ਨਾਲ ਸਾਡੀ ਅਟੈਚਮੈਂਟ ਹੋ ਜਾਂਦੀ, ਖਾਸ ਕਰਕੇ ਜਿਹੜੇ ਆਪਣੇ ਆਪ ਨੂੰ ਆਸ਼ਿਕ ਕਹਿ ਕੇ ਬੁਲਾਉਂਦੇ ਨੇ, ਕਿਸੇ ਔਰਤ ਨਾਲ ਅਟੈਚਮੈਂਟ ਹੋ ਗਈ ਜਾਂ ਕਿਸੇ ਔਰਤ ਦੀ ਕਿਸੇ ਮਰਦ ਨਾਲ ਅਟੈਚਮੈਂਟ ਹੋ ਗਈ, ਤੇ ਉਹਨਾਂ ਨੂੰ ਇਹ ਡਰ ਹੁੰਦਾ ਹੈ ਕਿ ਇਹ ਮੇਰੇ ਹੱਥੋਂ ਜਾਂ ਮੇਰੇ ਕੋਲੋਂ ਖੋ ਨਾ ਜਾਵੇ। ਇਹ ਸਾਰਾ ਅਗਿਆਨਤਾ ਦਾ ਹਨੇਰਾ ਆ ਜਿਹੜਾ ਡਰ ਪੈਦਾ ਕਰਦਾ ਆ। ਇਸ ਡਰ ਨੂੰ ਖਤਮ ਕਰਨ ਵਾਸਤੇ ਸਾਨੂੰ ਆਪਣੇ ਆਪ ਦਾ ਗਿਆਨ ਹੋਣਾ ਚਾਹੀਦਾ ਕਿ ਮੈਂ ਕੌਣ ਹਾਂ। ਦੋਸਤੋ, ਜਿਸ ਪਲੈਨਟ ਦੇ ਉੱਤੇ ਅਸੀਂ ਰਹਿ ਰਹੇ ਹਾਂ, ਇਹ ਸ੍ਰਿਸ਼ਟੀ ਦਾ ਸਭ ਤੋਂ ਛੋਟਾ ਪਲੈਨਟ ਹੈ। ਸਾਡੀ ਧਰਤੀ ਜਿਸ ਦੀ ਉਮਰ 4 ਅਰਬ ਸਾਲ ਹੈ, ਤੇ ਸਾਡਾ ਸੂਰਜ ਜਿਸ ਦੀ ਉਮਰ 10,000 ਅਰਬ ਸਾਲ ਹੈ। ਇਸ ਤੋਂ ਵੱਡੇ ਸੂਰਜ ਤੇ ਇਸ ਤੋਂ ਵੱਡੀਆਂ ਧਰਤੀਆਂ ਇਸ ਸ੍ਰਿਸ਼ਟੀ 'ਤੇ ਨੇ। ਹੁਣ ਤਾਂ ਵਿਗਿਆਨਕ ਵੀ ਇਹ ਗੱਲ ਕਹਿੰਦੇ ਨੇ ਕਿ 2 ਅਰਬ ਪਲੈਨਟਸ ਜਿਹੜੇ ਨੇ ਉਹਨਾਂ ਦਾ ਪਤਾ ਲਾ ਲਿਆ ਗਿਆ। 2 ਅਰਬ ਦਾ ਪਤਾ ਲਾਇਆ, ਔਰ ਕਿੰਨੇ ਨੇ ਇਹ ਨਹੀਂ ਪਤਾ। ਇਸ ਤੋਂ ਕਿਤੇ ਹੋਰ ਜ਼ਿਆਦਾ ਹੋ ਸਕਦੇ ਨੇ। ਤੇ ਉਹ ਸਾਰੇ ਜਿਹੜੇ ਸੂਰਜ ਤੇ ਧਰਤੀਆਂ ਸਾਡੇ ਸੂਰਜ ਤੇ ਧਰਤੀ ਨਾਲੋਂ ਕਿਤੇ ਵੱਡੇ ਨੇ। ਇਹਨਾਂ ਸਾਰੀ ਜਿਹੜੀ ਇਹ ਸ੍ਰਿਸ਼ਟੀ ਆ, ਇਸ ਨੂੰ ਉਹ ਅਕਾਲ ਪੁਰਖ ਪਰਮਾਤਮਾ ਚਲਾ ਰਿਹਾ ਹੈ। ਸਾਡੇ ਕਈ ਅਗਿਆਨੀ ਲੋਕ ਕੁਝ ਧਾਰਮਿਕ ਕਿਤਾਬਾਂ ਪੜ੍ਹ ਕੇ ਪ੍ਰਚਾਰ ਕਰਦੇ ਨੇ, ਤੇ ਲੋਕ ਉਹਨਾਂ ਨੂੰ ਪੂਜਣ ਲੱਗ ਜਾਂਦੇ ਹਨ। ਉਹ ਆਪਣੇ ਆਪ ਨੂੰ ਰੱਬ ਸਮਝਣ ਲੱਗ ਜਾਂਦੇ ਨੇ। ਹੁਣ ਤੁਸੀਂ ਚੀਜ਼ ਸੋਚੋ ਕਿ ਇਹ ਸ੍ਰਿਸ਼ਟੀ ਕਿੰਨੀ ਵੱਡੀ ਆ, ਤੇ ਉੱਥੇ ਸਾਡੀ ਧਰਤੀ ਇੱਕ ਛੋਟਾ ਜਿਹਾ ਬਿੰਦੂ ਹੈ, ਤੇ ਉਸ ਛੋਟੇ ਜਿਹੇ ਬਿੰਦੂ ਦੇ ਵਿੱਚ ਸਾਡੀ ਕੀ ਹਸਤੀ ਹੈ? ਆਪਣੇ ਆਪ ਨੂੰ ਪਹਿਚਾਨਣਾ। ਸਾਡਾ ਜਦੋਂ ਜਨਮ ਹੁੰਦਾ ਤਾਂ ਸਾਡੀ ਪ੍ਰੋਗਰਾਮਿੰਗ ਵੀ ਇਹੋ ਜਿਹੀ ਕਰ ਦਿੱਤੀ ਜਾਂਦੀ ਕਿ ਡਰ ਪੈਦਾ ਕਰ ਦਿੱਤਾ ਜਾਂਦਾ। ਡਰ ਨਾ ਪੈਦਾ ਹੋਵੇ, ਇਸ ਲਈ ਸਾਨੂੰ ਗਿਆਨ ਪ੍ਰਾਪਤ ਕਰਨ ਦੀ ਲੋੜ ਹੈ। ਤੇ ਗਿਆਨ ਵੀ 2 ਤਰ੍ਹਾਂ ਦਾ। ਇੱਕ ਗਿਆਨ ਉਹ ਹੈ ਕਿ ਅਸੀਂ ਇਨਫੋਰਮੇਸ਼ਨ ਇਕੱਠੀ ਕਰਦੇ ਹਾਂ, ਦੁਨੀਆ ਬਾਰੇ ਜਾਣਦੇ ਹਾਂ, ਇੱਕੋ ਗਿਆਨ ਹੈ। ਇੱਕ ਗਿਆਨ ਹੈ ਪਰਮਾਤਮਾ ਬਾਰੇ ਜਾਣਨਾ ਤੇ ਆਪਣੇ ਆਪ ਬਾਰੇ ਜਾਣਨਾ। ਇਹ ਗਿਆਨ ਜਿਹੜਾ ਹੈ, ਇਹ ਸਾਡੇ ਅੰਦਰ ਜਿਹੜਾ ਵਿਕਾਰ ਉਹਨੂੰ ਖਤਮ ਕਰਦਾ ਤੇ ਡਰ ਨੂੰ ਖਤਮ ਕਰਦਾ। ਦੋਸਤੋ, ਇਹ ਡਰ ਜਿਹੜਾ ਹੈ ਮੌਤ ਦੇ ਡਰ ਨਾਲੋਂ ਜ਼ਿਆਦਾ ਭਿਆਨਕ ਹੈ। ਇੱਕ ਤਿੱਬਤੀਅਨ ਕਥਾ ਆ, ਤਿੱਬਤ ਦੇ ਲੋਕਾਂ ਦੇ ਵਿੱਚ ਕਥਾ ਸੁਣਾਈ ਜਾਂਦੀ ਆ ਕਿ 2 ਉੱਲੂ ਇੱਕ ਦਰਖਤ ਦੀ ਟਾਹਣੀ ਦੇ ਉੱਤੇ ਆ ਕੇ ਬੈਠ ਗਏ। ਇੱਕ ਉੱਲੂ ਨੇ ਸੱਪ ਫੜਿਆ ਹੋਇਆ ਸੀ ਤੇ ਦੂਜੇ ਨੇ ਚੂਹਾ ਫੜਿਆ ਹੋਇਆ ਸੀ। ਦੋਵੇਂ ਉੱਲੂ ਨੇੜੇ ਨੇੜੇ ਬੈਠ ਗਏ, ਤੇ ਸੱਪ ਨੇ ਦੇਖਿਆ ਕਿ ਦੂਜੇ ਉੱਲੂ ਨੇ ਚੂਹਾ ਫੜਿਆ ਹੋਇਆ, ਤਾਂ ਉਹਦੇ ਮੂੰਹ 'ਚ ਪਾਣੀ ਆ ਗਿਆ, ਰਸ ਜਿਹੜਾ ਸੀ ਖਾਣ ਦਾ। ਹਾਲਾਂਕਿ ਉਹਨੂੰ ਪਤਾ ਆ ਕਿ ਮੈਂ ਮੌਤ ਦੇ ਮੂੰਹ ਦੇ ਵਿੱਚ ਹਾਂ। ਤੇ ਜਿਹੜੇ ਉੱਲੂ ਨੇ ਚੂਹਾ ਫੜਿਆ ਸੀ, ਚੂਹੇ ਨੇ ਸੱਪ ਨੂੰ ਵੇਖ ਕੇ ਉਹਦੇ ਅੰਦਰ ਡਰ ਪੈਦਾ ਹੋ ਗਿਆ। ਉਹਨੂੰ ਪਤਾ ਮੈਂ ਮਰ ਜਾਵਾਂਗਾ ਥੋੜ੍ਹੀ ਦੇਰ ਤੱਕ, ਫਿਰ ਵੀ ਉਹ ਸਹਿਮ ਗਿਆ। ਤਾਂ ਇਸ ਤੋਂ ਇਹ ਪਤਾ ਲੱਗਦਾ ਆ ਕਿ ਡਰ ਜਿਹੜਾ ਆ ਮੌਤ ਦੇ ਡਰ ਤੋਂ ਵੀ ਭਿਆਨਕ ਹੈ। ਹੁਣ ਮੌਤ ਦੀ ਗੱਲ ਕਰੀਏ ਤਾਂ ਗੁਰਬਾਣੀ ਦੇ ਵਿੱਚ ਤਾਂ ਬਹੁਤ ਥਾਵਾਂ 'ਤੇ ਇਸ ਗੱਲ ਦਾ ਜ਼ਿਕਰ ਕੀਤਾ, ਮੌਤ ਦਾ ਜ਼ਿਕਰ ਕੀਤਾ ਆ। ਕਬੀਰ ਜੀ ਤਾਂ ਕਹਿੰਦੇ ਨੇ, ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ, ਮਰਨੇ ਤੇ ਹੀ ਪਾਈਏ ਪੂਰਨ ਪਰਮਾਨੰਦ। ਫਿਰ ਬਾਣੀ ਚਾਹੁੰਦਾ, ਪਹਿਲੇ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਨਕਾ, ਤੋ ਆਓ ਹਮਾਰੇ ਪਾਸ।
ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਜਦੋਂ ਖਾਲਸਾ ਪੰਥ ਸਾਜਿਆ, ਉਹਨਾਂ ਨੇ ਮੌਤ ਦਾ ਡਰ ਖਤਮ ਕਰਨ ਵਾਸਤੇ ਤੰਬੂ ਦੇ ਵਿੱਚ ਇੱਕ ਐਸਾ ਕੌਤਕ ਰਚਾਇਆ ਸੀ, ਖੇਡ ਰਚਾਈ ਕਿ ਸਿੱਖਾਂ ਦੇ ਅੰਦਰੋਂ ਮੌਤ ਦਾ ਡਰ ਖਤਮ ਕਰ ਦਿੱਤਾ। ਕਿਰਪਾਨ ਲੈ ਕੇ ਕਿਹਾ ਕਿ ਮੈਨੂੰ ਸੀਸ ਚਾਹੀਦਾ ਹੈ। ਉਹਨਾਂ ਨੂੰ ਪਤਾ ਸੀ ਜਦੋਂ ਤੱਕ ਸਿੱਖਾਂ ਦੇ ਮਨ 'ਚ ਡਰ ਹੋਏਗਾ ਤਾਂ ਉਹ ਸਿੱਖ ਸਿੱਖ ਧਰਮ ਹੈ, ਜਿਹੜਾ ਸਿੱਖ ਧਰਮ ਦਾ ਟੀਚਾ ਹੈ ਮਜ਼ਲੂਮਾਂ ਦੀ ਰੱਖਿਆ ਕਰਨੀ, ਉਹਨੂੰ ਨਹੀਂ ਪੂਰਾ ਕਰ ਪਾਏਗਾ। ਇਸ ਕਰਕੇ ਉਹਨਾਂ ਨੇ ਕਿਰਪਾਨ ਲੈ ਕੇ ਆਵਾਜ਼ ਦੇ ਕੇ ਕਿਹਾ ਸੀ ਕਿ ਮੈਨੂੰ ਸਿਰ ਚਾਹੀਦਾ। ਤਾਂ ਉੱਥੇ 5 ਸਿੰਘ ਆਏ ਸੀ, ਜਿਨ੍ਹਾਂ ਨੂੰ ਅਸੀਂ 5 ਪਿਆਰੇ ਕਹਿੰਦੇ ਹਾਂ। ਉਹਨਾਂ ਨੇ ਆ ਕੇ ਕਿਹਾ ਕਿ ਇਹ ਚੀਜ਼ ਹਾਜ਼ਰ ਹੈ। ਗੁਰਬਾਣੀ ਦੇ ਵਿੱਚ ਇੱਕ ਤੁਕ ਹੋਰ ਆਉਂਦੀ ਹੈ ਕਿ ਆਪਣਾ ਮੂਲ ਪਛਾਣ। ਜਦੋਂ ਸਾਨੂੰ ਆਪਣੇ ਮੂਲ ਦਾ ਪਤਾ ਲੱਗ ਗਿਆ ਤਾਂ ਮੌਤ ਦਾ ਡਰ ਨਹੀਂ ਰਹਿ ਜਾਂਦਾ। ਅਸੀਂ ਸਰੀਰ ਨੂੰ ਸਮਝੀ ਬੈਠੇ ਕਿ ਮੈਂ ਹਾਂ, ਇਹ ਸਰੀਰ ਸਾਡੇ ਰਹਿਣ ਵਾਸਤੇ ਘਰ ਹੈ। ਇਹਨੂੰ ਥਾਂ ਥਾਂ 'ਤੇ ਘਰ ਦਾ ਨਾਮ ਦੇ ਕੇ ਬੁਲਾਇਆ ਗਿਆ ਆ, ਬੋਲਿਆ ਗਿਆ ਹੈ ਗੁਰਬਾਣੀ ਦੇ ਵਿੱਚ। ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਕਿ ਤੂੰ ਆਪਣੇ ਘਰ ਦੇ ਵਿੱਚ ਬੈਠ, ਇਸ ਸਰੀਰ ਰੂਪੀ ਘਰ ਦੇ ਵਿੱਚ ਤੇਰੇ ਸਾਰੇ ਕਾਰਜ ਫਿਰ ਪਰਮਾਤਮਾ ਆਪ ਸਵਾਰੇਗਾ। ਕਿ ਤੂੰ ਡਰ ਨਾ, ਭੈ ਨਾ ਕਰ, ਤੂੰ ਚਿੰਤਾ ਵੀ ਨਾ ਕਰ। ਹਾਂ, ਚਿੰਤਾ ਦੀ ਗੱਲ ਆਈ ਹੈ ਤੇ ਚਿੰਤਾ ਵੀ ਡਰ ਪੈਦਾ ਕਰਦੀ ਆ। ਆਪਾਂ ਗੱਲ ਕੀਤੀ ਸੀ ਜਿਹਨੂੰ ਲੋਕ ਪ੍ਰੇਮ ਦਾ ਨਾਮ ਦੇ ਕੇ ਤੇ ਅਟੈਚਮੈਂਟ ਕਰ ਲੈਂਦੇ ਨੇ, ਉੱਥੇ ਜਿਹੜਾ ਡਰ ਪੈਦਾ ਹੁੰਦਾ, ਉੱਥੇ ਵੀ ਗੁਰਬਾਣੀ ਕਹਿੰਦੀ ਹੈ ਕਿ ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣਹਾਰ। ਅਗਰ ਅਸੀਂ ਆਪਣੇ ਜਿਹੜੇ ਬੱਚੇ ਨੇ ਜਾਂ ਜਿਹੜੀ ਆਪਣੀ ਜਨਰੇਸ਼ਨ ਹੈ, ਉਹਨਾਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਾਂ ਹੋਰ ਗ੍ਰੰਥਾਂ ਦੀਆਂ ਸਿੱਖਿਆਵਾਂ ਨੇ, ਉਹ ਜਿਹੜੀਆਂ ਉਹਨਾਂ ਨੂੰ ਦੇ ਕੇ ਤੇ ਉਹਨਾਂ ਦੇ ਅੰਦਰੋਂ ਮੌਤ ਦਾ ਡਰ ਖਤਮ ਕਰ ਸਕਦੇ ਹਾਂ। ਹੁੰਦਾ ਕੀ ਹੈ ਕਿ ਜਦੋਂ ਬੱਚਾ ਪੈਦਾ ਹੁੰਦਾ ਤਾਂ ਜ਼ਿੰਦਗੀ ਸ਼ੁਰੂ ਹੁੰਦੀ ਹੈ। ਜ਼ਿੰਦਗੀ ਦੀ ਮੰਜ਼ਿਲ ਜਿਹੜੀ ਆ ਉਹ ਬੁਢਾਪੇ ਦੇ ਵਿੱਚ ਪਹੁੰਚਦੇ ਹੋਏ ਮੌਤ ਤੱਕ ਪਹੁੰਚਦੀ ਆ। ਹੋਣਾ ਕੀ ਚਾਹੀਦਾ ਹੈ ਕਿ ਜਦੋਂ ਬੱਚਾ ਆ ਤਾਂ ਉਦੋਂ ਸ਼ੁਰੂਆਤ ਹੁੰਦੀ ਹੈ, ਤੇ ਜਦੋਂ ਬੁਢਾਪਾ ਹੁੰਦਾ ਤਾਂ ਉਹ ਪੂਰਨ ਤੌਰ 'ਤੇ ਮਨੁੱਖ ਬਣਨਾ ਚਾਹੀਦਾ ਹੁੰਦਾ। ਇਸ ਦੇ ਉਲਟ ਹੈ ਕਿ ਜਦੋਂ ਅਸੀਂ ਬਚਪਨ ਤੋਂ ਜਵਾਨੀ 'ਚ ਜਾਂਦੇ ਤੇ ਜਵਾਨੀ ਤੋਂ ਥੱਲੇ ਨੂੰ ਤੁਰਨਾ ਸ਼ੁਰੂ ਕਰ ਦਿੰਦੇ ਹਾਂ। ਬੁਢਾਪੇ ਤੱਕ ਜਾਂਦੇ ਜਾਂਦੇ ਇੰਨਾ ਕੁ ਡਰ ਪੈਦਾ ਹੋ ਜਾਂਦਾ ਹੈ, ਇੰਨਾ ਕੁ ਸਹਿਮ ਪੈਦਾ ਹੋ ਜਾਂਦਾ ਆ ਕਿ ਬੰਦਾ ਡਰ ਕੇ ਮਰ ਜਾਂਦਾ ਆ। ਲੇਕਿਨ ਜੋ ਧਾਰਮਿਕ ਲੋਕ ਨੇ, ਜਿਨ੍ਹਾਂ ਨੂੰ ਧਰਮ ਦਾ ਗਿਆਨ ਹੈ, ਜਿਨ੍ਹਾਂ ਨੂੰ ਆਪਣੇ ਆਪ ਦਾ ਗਿਆਨ ਹੈ, ਜਿਨ੍ਹਾਂ ਨੇ ਪ੍ਰਮਾਤਮਾ ਦਾ ਗਿਆਨ ਹਾਸਲ ਕਰ ਲਿਆ, ਉਹ ਪੂਰੇ ਹੋ ਕੇ ਮਰਦੇ। ਆਪਾਂ ਕਹਿੰਦੇ ਕਿ ਪੂਰਾ ਹੋ ਗਿਆ, ਸਾਰੇ ਪੂਰੇ ਨਹੀਂ ਹੁੰਦੇ, ਬਹੁਤੇ ਲੋਕ ਮਰਦੇ ਨੇ। ਹੁਣ ਗੁਰੂ ਸਾਹਿਬਾਨ ਨੂੰ ਅਸੀਂ ਨਹੀਂ ਕਹਿੰਦੇ ਕਿ ਉਹਨਾਂ ਦੀ ਮੌਤ ਹੋ ਗਈ, ਅਸੀਂ ਕਹਿੰਦੇ ਜੋਤੀ ਜੋਤ ਸਮਾ ਗਏ। ਸਾਰੇ ਜੋਤੀ ਜੋਤ ਨਹੀਂ ਸਮਾਉਂਦੇ, ਮਰਦੇ ਨੇ ਲੋਕ। ਲੇਕਿਨ ਭਗਤ ਤੇ ਗੁਰੂ ਉਹ ਜੋਤੀ ਜੋਤ ਸਮਾਏ ਨੇ, ਕਿਉਂਕਿ ਉਹ ਪੂਰੇ ਹੋਏ ਨੇ। ਆਮ ਜਦੋਂ ਕਿਸੇ ਦਾ ਕੋਈ ਮਰ ਜਾਂਦਾ ਆ, ਕਿਸੇ ਦੀ ਮੌਤ ਹੋ ਜਾਂਦੀ ਹੈ, ਤੇ ਅਸੀਂ ਕਹਿੰਦੇ ਹਾਂ ਕਿ ਮੈਂ ਫਲਾਣੀ ਥਾਂ 'ਤੇ ਚੱਲਿਆ, ਫਲਾਣਾ ਬੰਦਾ ਪੂਰਾ ਹੋ ਗਿਆ। ਅਸਲ ਵਿੱਚ ਅਸੀਂ ਪੂਰੇ ਹੁੰਦੇ ਹੀ ਨਹੀਂ, ਅਧੂਰੇ ਮਰਦੇ ਹਾਂ। ਇਸੇ ਕਰਕੇ ਦੁਬਾਰਾ ਜਨਮ ਹੁੰਦਾ ਆ, ਕਿਉਂਕਿ ਉਹ ਅਕਾਲ ਪੁਰਖ ਫਿਰ ਦੁਬਾਰਾ ਭੇਜਦਾ ਕਿ ਤੂੰ ਅਜੇ ਪੂਰਨ ਨਹੀਂ ਹੋਇਆ, ਫਿਰ ਜਾ ਤੇ ਆਪਣਾ ਟਾਸਕ ਪੂਰਾ ਕਰਕੇ ਆ। ਟਾਸਕ ਦੀ ਜਿਹੜੀ ਗੱਲ ਹੈ, ਮੈਂ ਕਾਫੀ ਸੁਣਦਾ ਰਹਿਣਾ YouTube ਦੇ ਉੱਤੇ ਵੀ, ਜਿਹੜੀਆਂ ਗਿਆਨ ਦੀਆਂ ਗੱਲਾਂ ਹੁੰਦੀਆਂ ਨੇ, ਅਤੇ ਧਾਰਮਿਕ ਗ੍ਰੰਥ ਅਤੇ ਧਾਰਮਿਕ ਕਿਤਾਬਾਂ ਪੜ੍ਹਨ ਦਾ ਮੈਨੂੰ ਸ਼ੁਰੂ ਤੋਂ ਸ਼ੌਕ ਰਿਹਾ। ਲੇਕਿਨ ਮੈਂ ਬਿਗ ਬੌਸ ਦੇਖ ਰਿਹਾ ਸੀ, ਅਤੇ ਬਿਗ ਬੌਸ ਦੇ ਵਿੱਚੋਂ ਜਿਹੜਾ ਮੈਨੂੰ ਗਿਆਨ ਪ੍ਰਾਪਤ ਹੋਇਆ, ਮੈਂ ਤੁਹਾਡੇ ਸਾਹਮਣੇ ਉਹ ਵੀ ਦੱਸਣਾ ਚਾਹੁੰਦਾ ਹਾਂ। ਕਿ ਉੱਥੇ ਟਾਸਕ ਦਿੱਤਾ ਜਾਂਦਾ ਆ
ਟਾਸਕ ਪੂਰਾ ਨਹੀਂ ਕਰਦਾ ਤੇ ਕਹਿੰਦੇ ਜੀ ਇਹਦਾ ਰਾਸ਼ਨ ਘੱਟ ਕਰ ਦਿਓ। ਹੁਣ ਸਾਡੇ ਇੱਕ ਮਨ ਦੇ ਵਿੱਚ ਇਹ ਆਉਂਦੀ ਕਿ ਪ੍ਰਮਾਤਮਾ ਨੇ ਫਲਾਣੇ ਬੰਦੇ ਨੂੰ ਬੜਾ ਦਿੱਤਾ ਆ ਤੇ ਮੈਂ ਤੇ ਕਿਸੇ ਦਾ ਬੁਰਾ ਵੀ ਨਹੀਂ ਕਰਦਾ, ਮਿਹਨਤ ਵੀ ਬੜੀ ਕਰਦਾ, ਮੈਨੂੰ ਕੁਝ ਮਿਲ ਹੀ ਨਹੀਂ ਰਿਹਾ। ਇਹ ਇੱਕ ਸੰਸਾਰ ਜਿਹੜਾ ਉਹਨੇ ਬਣਾਇਆ, ਉਹਨੇ ਇੱਕ ਖੇਡ ਰਚਾਈ ਆ। ਹੋਰ ਸਾਡਾ ਅਸੀਂ ਕਹਿੰਦੇ ਕਿ ਸਾਡਾ ਮਕਸਦ ਕੀ? ਮਕਸਦ ਨਹੀਂ ਹੈ ਸਾਡਾ। ਮਕਸਦ ਸਿਰਫ ਇੰਨਾ ਹੈ ਕਿ ਜਿਹੜੀ ਖੇਡ 'ਚ ਉਹਨੇ ਭੇਜਿਆ ਉਸ ਟਾਸਕ ਨੂੰ, ਉਸ ਖੇਡ ਨੂੰ ਚੰਗੀ ਤਰ੍ਹਾਂ ਖੇਡ ਲਈ ਹੈ। ਜਦੋਂ ਅਸੀਂ ਉਸ ਖੇਡ ਨੂੰ ਚੰਗੀ ਤਰ੍ਹਾਂ ਨਹੀਂ ਖੇਡ ਪਾਉਂਦੇ ਤਾਂ ਉੱਥੇ ਫਿਰ ਮੁਸ਼ਕਲਾਂ ਆਉਂਦੀਆਂ ਨੇ। ਪ੍ਰਮਾਤਮਾ ਕਿਸੇ ਦੇ ਨਾਲ ਬੁਰਾ ਨਹੀਂ ਕਰਦਾ। ਗੁਰੂ ਸਾਹਿਬ ਤਾਂ ਕਹਿੰਦੇ ਨਾਨਕ ਵਿਗਸੈ ਬੇਪਰਵਾਹੋ। ਉਹ ਬੇਪਰਵਾਹ ਹੋ ਕੇ ਵਿਗਸਦਾ, ਕਿਉਂਕਿ ਉਹਨੇ ਗੇਮ 'ਚ ਭੇਜਿਆ, ਟਾਸਕ ਪੂਰਾ ਕਰਨ 'ਚ ਭੇਜਿਆ। ਟਾਸਕ ਤੁਸੀਂ ਪੂਰਾ ਕਰਨਾ ਹੈ ਤੇ ਉਸੇ ਟਾਸਕ ਦੇ ਮੁਤਾਬਕ ਹੀ ਦੁੱਖ ਤੇ ਸੁੱਖ ਮਿਲਣੇ ਨੇ ਤੁਹਾਨੂੰ। ਉਸ ਖੇਡ ਦੇ ਜਿਵੇਂ ਤੁਸੀਂ ਖੇਡ ਖੇਡੋਗੇ ਉਵੇਂ ਹੀ। ਇਹਦੇ 'ਚ ਕਰਮ ਫਿਲਾਸਫੀ ਦੀ ਵੀ ਗੱਲ ਆਉਂਦੀ, ਜਿਹਦੀ ਕਿਤੇ ਫੇਰ ਗੱਲ ਕਰਾਂਗੇ। ਇਸ ਕਰਕੇ ਸਾਨੂੰ ਪਹਿਲਾਂ ਆਪਣਾ ਗਿਆਨ ਹੋਣਾ ਚਾਹੀਦਾ ਹੈ ਕਿ ਅਸੀਂ ਸਰੀਰ ਨਹੀਂ ਹਾਂ, ਅਸੀਂ ਕੀ ਹਾਂ? ਜੋਤ ਹਾਂ। ਜੋਤ ਉਸ ਅਕਾਲ ਪੁਰਖ ਦੀ ਜੋਤ ਹੀ ਆ ਅਸੀਂ। ਇਸੇ ਕਰਕੇ ਇੱਕ ਓਂਕਾਰ ਜਿਹੜਾ ਆ ਉਸ ਇੱਕ ਦਾ ਪ੍ਰਕਾਸ਼ ਹੈ, ਇੱਕ ਦੀ ਜੋਤ ਆ। ਤੇ ਉਸੇ ਓਂਕਾਰ ਰੂਪ ਦੇ ਨਾਲ ਹੀ ਸਾਰੀ ਸ੍ਰਿਸ਼ਟੀ ਬਣੀ ਹੈ। ਤੁਸੀਂ ਓਂਕਾਰ ਰੂਪ ਹੋ। ਓਂਕਾਰ ਰੂਪ ਨੂੰ ਕਾਹਦਾ ਡਰ? ਨਾ ਮੌਤ ਹੈ, ਨਾ ਲਾਲਚ ਹੈ, ਨਾ ਵਿਕਾਰ ਹੈ। ਇਹ ਸਾਰਾ ਕੁਝ ਤਾਂ ਸਰੀਰ ਦਾ ਹੈ ਤੇ ਅਸੀਂ ਸਰੀਰ ਨਾਲ ਇੰਨੇ ਕੁ ਜੁੜ ਗਏ, ਅਸੀਂ ਖੁਦ ਨੂੰ ਸਰੀਰ ਸਮਝ ਬੈਠੇ ਹਾਂ। ਇਸੇ ਕਰਕੇ ਹੀ ਸਾਰੇ ਡਰ ਹੈ। ਮੌਤ ਦਾ ਡਰ ਵੀ ਤਾਂ ਹੀ, ਤੇ ਵਿਕਾਰ ਵੀ ਸਰੀਰ ਦੇ ਨੇ। ਆਤਮਾ ਤਾਂ ਬਿਲਕੁਲ ਪਿਓਰ ਹੈ, ਸ਼ੁੱਧ ਹੈ, ਉਹਨੂੰ ਕੋਈ ਡਰ ਹੀ ਨਹੀਂ ਹੈ। ਜਦੋਂ ਸਾਨੂੰ ਇਹ ਗੱਲ ਸਮਝ ਆ ਗਈ ਕਿ ਅਸੀਂ ਓਂਕਾਰ ਨੂਰ ਨਾਲ ਪੈਦਾ ਹੋਏ ਹਾਂ। ਗੁਰਬਾਣੀ ਨੇ ਦੱਸਿਆ ਹੈ ਕਿ ਸੰਸਾਰ ਜਿਹੜਾ ਹੈ ਉਹ ਬਣਿਆ ਕਿਵੇਂ। ਕੀਤਾ ਪਸਾਓ ਏਕੋ ਕਵਾਓ, ਤਿਸਤੈ ਹੋਏ ਲਖ ਦਰਿਆਓ। ਕਵਾਓ ਸ਼ਬਦ। ਸ਼ਬਦ ਕਿਹੜਾ ਆ? ਓਂਕਾਰ। ਜਿਹੜੇ ਮੈਡੀਟੇਸ਼ਨ ਸਿਖਾਉਂਦੇ ਨੇ ਲੋਕ, ਜਿਹੜੇ ਸਹੀ ਮੈਡੀਟੇਸ਼ਨ ਸਿਖਾਉਂਦੇ ਨੇ ਜਾਂ ਜਿਹੜੇ ਨਾਮ ਸਿਮਰਨ ਸਹੀ ਸਿਖਾਉਂਦੇ ਨੇ, ਉਹ ਨਾਮ ਸਿਮਰਨ ਕਰਦਿਆਂ ਮੌਨ ਵਿੱਚ ਲੈ ਜਾਂਦੇ, ਸਾਇਲੈਂਸ ਦੇ ਵਿੱਚ। ਜਦੋਂ ਅਸੀਂ ਮੌਨ 'ਚ ਪੂਰੇ ਗਿਆਨ ਦੇ ਨਾਲ ਤੇ ਪੂਰਾ ਵਿਚਾਰਾਂ ਦੇ ਉੱਤੇ ਕਾਬੂ ਪਾ ਕੇ ਮੌਨ ਦੇ ਵਿੱਚ ਜਾਂਦੇ ਹਾਂ, ਤਾਂ ਫਿਰ ਸਾਨੂੰ ਇਸ ਬ੍ਰਹਿਮੰਡ ਦੇ ਵਿੱਚੋਂ ਓਂਕਾਰ ਦੀ ਧੁਨੀ ਜਿਹੜੀ ਆ, ਓਂਕਾਰ ਜਿਹੜਾ ਆ ਉਹ ਸੁਣਨਾ ਸ਼ੁਰੂ ਹੋ ਜਾਂਦਾ ਆ। ਜਦੋਂ ਅਸੀਂ ਫਿਰ ਚੁੱਪ ਕਰਦੇ ਹਾਂ, ਉਸੇ ਓਂਕਾਰ ਨੂਰ ਦੇ ਹੀ ਅਸੀਂ ਹਿੱਸਾ ਹਾਂ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇੱਥੇ ਮਨ ਆਤਮਾ ਨੂੰ ਕਿਹਾ। ਗੁਰਬਾਣੀ 'ਚ ਮਨ ਦੋ ਕਨਸੈਪਟ ਦੇ ਵਿੱਚ ਆਉਂਦਾ, ਦੋ ਰੂਪਾਂ ਦੇ ਵਿੱਚ। ਇੱਕ ਮਨ ਜਿਹੜਾ ਮਾਈਂਡ, ਇਸ ਮਨ ਨੂੰ ਤਾਂ ਮਾਰਨਾ, ਮਾਈਂਡ ਨੂੰ ਜ਼ਿਆਦਾ ਮਾਈਂਡ ਦੀ ਗੱਲ ਨਹੀਂ ਮੰਨਣੀ। ਇੱਕ ਮਨ ਹੈ ਸੋਲ ਨੂੰ ਵੀ ਮਨ ਦਾ ਜਿਹੜਾ ਨਾਮ ਦਿੱਤਾ ਗਿਆ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜਦੋਂ ਆਪਣਾ ਮੂਲ ਪਛਾਣ ਲਿਆ, ਤੁਸੀਂ ਸਮਝ ਲਿਆ ਤੁਸੀਂ ਕੌਣ ਹੋ, ਫਿਰ ਤੁਸੀਂ ਬਚਪਨ ਤੋਂ ਬੁਢਾਪੇ ਵਿੱਚ ਜਾਂਦੇ ਪੂਰਨ ਹੋ ਗਏ। ਬੁਢਾਪੇ ਦਾ ਫਿਰ ਆਪਣਾ ਇੱਕ ਆਨੰਦ ਹੈ, ਉਹ ਜਿਹੜਾ ਆ ਪੱਕੀ ਹੋਈ ਚੀਜ਼ ਦਾ ਸਵਾਦ ਵੱਖਰਾ ਆ। ਉਹ ਆਨੰਦ ਜਿਹੜਾ ਪਰਮ ਆਨੰਦ ਵਿੱਚ ਬਦਲ ਜਾਏਗਾ। ਤੇ ਫਿਰ ਮੌਤ ਦਾ ਤੁਹਾਨੂੰ ਆਨੰਦ ਆਏਗਾ। ਜਿਹੜੀ ਗੱਲ ਕਬੀਰ ਜੀ ਕਹਿੰਦੇ ਨਾ, ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ ਮਰਨੇ ਤੇ ਹੀ ਪਾਈਏ ਪੂਰਨ ਪਰਮਾਨੰਦ। ਫਿਰ ਮੌਤ ਦਾ ਡਰ ਖਤਮ ਹੋ ਜਾਂਦਾ ਆ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਬਾਕੀ ਜਿਹੜੇ ਗ੍ਰੰਥ ਨੇ, ਭਾਵੇਂ ਕਿਸੇ ਵੀ ਧਰਮ ਦੇ ਨੇ, ਉਹਨਾਂ ਦਾ ਗਿਆਨ ਹਾਸਲ ਕਰਕੇ ਅਸੀਂ ਇਸ ਡਰ ਤੋਂ ਮੁਕਤ ਹੋ ਸਕਦੇ ਹਾਂ। ਤੇ ਦੋਸਤੋ, ਅਗਰ ਤੁਸੀਂ ਡਰ ਤੋਂ ਬਚਣਾ ਹੈ, ਭਾਵੇਂ ਕਿਸੇ ਵੀ ਕਿਸਮ ਦਾ ਡਰ ਹੈ, ਤਾਂ ਅਸਲੀ ਗਿਆਨ ਹਾਸਲ ਕਰੋ। ਆਪਣੇ ਆਪ ਨੂੰ ਜਾਣੋ, ਪ੍ਰਮਾਤਮਾ ਨੂੰ ਜਾਣੋ, ਤਾਂ ਡਰ ਤੁਹਾਡਾ ਕੁਛ ਨਹੀਂ ਵਿਗਾੜ ਸਕਦਾ। ਫਿਰ ਤੁਸੀਂ ਨਿਰਭਉ ਹੋ ਜਾਓਗੇ। ਫਿਰ ਤੁਹਾਡੇ ਅੰਦਰ ਪ੍ਰਮਾਤਮਾ ਦੇ ਗੁਣ ਆ ਜਾਣਗੇ। ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਉਹਦੇ ਗੁਣ ਗਾਉਣ ਦਾ ਮਤਲਬ ਕਿ ਮੇਰੇ ਅੰਦਰ ਉਹ ਗੁਣ ਪੈਦਾ ਹੋ ਜਾਣ। ਤੇ ਮੂਲ ਮੰਤਰ ਉਸ ਪ੍ਰਮਾਤਮਾ ਦੇ ਗੁਣ, ਉਹਦੇ 'ਚ ਨਿਰਭਉ ਵੀ ਆਉਂਦਾ। ਨਿਰਭਉ ਦਾ ਮੀਨਸ ਕੋਈ ਡਰ ਨਹੀਂ, ਕਿਸੇ ਤਰ੍ਹਾਂ ਦਾ ਭੈ ਨਹੀਂ। ਤੇ ਮੈਂ ਤੁਹਾਨੂੰ ਸਭ ਨੂੰ ਇਹ ਬੇਨਤੀ ਕਰਾਂਗਾ ਕਿ ਅਸਲੀ ਗਿਆਨ ਹਾਸਲ ਕਰੋ। ਅਸਲੀ ਗਿਆਨ ਹਾਸਲ ਕਰਕੇ ਇਸ ਡਰ ਤੋਂ ਮੁਕਤ ਹੋ ਜਾਓ।
ਅਗਲੇ ਐਪੀਸੋਡ ਦੇ ਵਿੱਚ ਤੁਹਾਡੇ ਨਾਲ ਫਿਰ ਇਸੇ ਤਰ੍ਹਾਂ ਦਾ ਕੋਈ ਟੌਪਿਕ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਮੈਨੂੰ ਕੁਲਵੰਤ ਸਿੰਘ ਅਗੜਪੁਰੀ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।